ਉਹ ਕੁੜੀ ਜਿਸ ਨੂੰ ਕਿਤਾਬਾਂ ਤੋਂ ਨਫ਼ਰਤ ਸੀ। ਇੱਕ ਵਾਰ ਇੱਕ ਕੁੜੀ ਸੀ ਮੀਨਾ। ਜੇਕਰ ਤੁਸੀਂ ਉਸਦੇ ਨਾਮ ਨੂੰ ਕਿਤਾਬ ਵਿੱਚ ਵੇਖੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਪ੍ਰਾਚੀਨ ਸੰਸਕ੍ਰਿਤ ਦੇ ਵਿੱਚ ਇਸ ਦਾ ਮਤਲਬ ਮਛਲੀ ਹੈ। ਪਰ ਮੀਨਾ ਨੂੰ ਇਸ ਦਾ ਪਤਾ ਨਹੀਂ ਸੀ ਕਿਉਂਕਿ ਉਸਨੇ ਕਦੇ ਵੀ ਕਿਸੇ ਚੀਜ਼ ਵੱਲ ਨਹੀਂ ਵੇਖਿਆ। ਉਸਨੂੰ ਪੜ੍ਹਨ ਤੋਂ ਨਫ਼ਰਤ ਸੀ ਅਤੇ ਉਸਨੂੰ ਕਿਤਾਬਾਂ ਤੋਂ ਨਫ਼ਰਤ ਸੀ। ਇਹ ਹਮੇਸ਼ਾ ਰਸਤੇ ਵਿੱਚ ਹੁੰਦੀਆਂ ਹਨ, ਉਸਨੇ ਕਿਹਾ, ਅਤੇ ਇਹ ਸੱਚ ਵੀ ਸੀ ਕਿਉਂਕਿ ਉਸਦੇ ਘਰ ਚਾਰੇ ਪਾਸੇ ਕਿਤਾਬਾਂ ਸਨ। ਨਾ ਸਿਰਫ ਬੁੱਕ ਸ਼ੈਲਫਾਂ ਅਤੇ ਬਿਸਤਰੇ ਦੀਆਂ ਮੇਜ਼ਾਂ 'ਤੇ ਜਿੱਥੇ ਆਮ ਤੌਰ 'ਤੇ ਕਿਤਾਬਾਂ ਹੁੰਦੀਆਂ ਹਨ, ਪਰ ਹਰ ਤਰ੍ਹਾਂ ਦੀਆਂ ਥਾਵਾਂ 'ਤੇ ਜਿੱਥੇ ਕਿਤਾਬਾਂ ਨਹੀਂ ਹੁੰਦੀਆਂ। ਕਿਤਾਬਾਂ ਖਾਨਿਆਂ, ਡੈਸਕਾਂ, ਅਲਮਾਰੀਆਂ ਅਤੇ ਵੱਡੇ ਰਖਨਿਆਂ ਵਿੱਚ ਸਨ। ਕਿਤਾਬਾਂ ਸੋਫੇ 'ਤੇ, ਪੌੜੀ 'ਤੇ ਸਨ। ਕਿਤਾਬਾਂ ਚਿਮਨੀ ਵਿੱਚ ਭਰੀਆਂ ਸਨ ਅਤੇ ਕੁਰਸੀਆਂ ਉੱਤੇ ਚਿਣੀਆਂ ਹੋਈਆਂ ਸਨ। ਬੱਤਰ, ਹਾਲੇ ਵੀ ਉਸਦੇ ਮਾਤਾ-ਪਿਤਾ ਹੋਰ ਕਿਤਾਬਾਂ ਖਰੀਦ ਕੇ ਲਿਆ ਰਹੇ ਸਨ। ਉਹ ਕਿਤਾਬਾਂ ਖਰੀਦਦੇ ਰਹੇ ਅਤੇ ਉਧਾਰ ਲੈਂਦੇ ਰਹੇ ਅਤੇ ਸੂਚੀ ਤੋਂ ਆਰਡਰ ਦਿੰਦੇ ਰਹੇ। ਉਹ ਨਾਸ਼ਤੇ, ਦੁਪਹਿਰ ਦੇ ਖਾਣੇ ਅਤੇ ਰਾਤ ਦੇ ਖਾਣੇ 'ਤੇ ਪੜ੍ਹਦੇ ਸਨ। ਪਰ ਜਦੋਂ ਉਹ ਮੀਨਾ ਨੂੰ ਪੁੱਛਦੇ ਕਿ ਕੀ ਉਹ ਪੜ੍ਹਨਾ ਚਾਹੁੰਦੀ ਹੈ, ਉਹ ਆਪਣਾ ਪੈਰ ਧਰਤੀ 'ਤੇ ਮਾਰਦੀ ਅਤੇ ਚੀਕਦੀ, "ਮੈਨੂੰ ਕਿਤਾਬਾਂ ਤੋਂ ਨਫ਼ਰਤ ਹੈ।" ਅਤੇ ਜਦੋਂ ਉਹ ਉਸ ਲਈ ਉੱਚੀ ਪੜ੍ਹਨ ਦੀ ਕੋਸ਼ਿਸ਼ ਕਰਦੇ ਤਾਂ ਉਹ ਆਪਣੇ ਹੱਥ ਆਪਣੇ ਕੰਨਾਂ ਉੱਪਰ ਰੱਖ ਲੈਂਦੀ ਅਤੇ ਹੋਰ ਜ਼ਿਆਦਾ ਉੱਚੀ ਬੋਲਦੀ, "ਮੈਨੂੰ ਕਿਤਾਬਾਂ ਤੋਂ ਨਫ਼ਰਤ ਹੈ।" ਦੁਨੀਆ ਵਿੱਚ ਸ਼ਾਇਦ ਇੱਕ ਹੀ ਵਿਅਕਤੀ ਸੀ ਜੋ ਮੀਨਾ ਨਾਲੋਂ ਜ਼ਿਆਦਾ ਕਿਤਾਬਾਂ ਨੂੰ ਨਫ਼ਰਤ ਕਰਦਾ ਸੀ ਅਤੇ ਇਹ ਸੀ ਉਸਦੀ ਬਿੱਲੀ ਮੈਕਸ। ਬਹੁਤ ਸਮਾਂ ਪਹਿਲਾਂ ਜਦੋਂ ਉਹ ਬਸ ਬਿੱਲੀ ਦਾ ਬੱਚਾ ਸੀ, ਭਾਵ ਕਿ ਬਲੂੰਗੜਾ ਸੀ, ਉਸਦੀ ਪੂਛ 'ਤੇ ਇੱਕ ਐਟਲਸ ਡਿੱਗ ਪਿਆ ਸੀ। ਇਸਨੇ ਪੂਛ ਦੀ ਨੋਕ ਨੂੰ ਮੋੜ ਦਿੱਤਾ ਸੀ। ਉਦੋਂ ਤੋਂ ਉਸਨੇ ਕਿਤਾਬਾਂ ਦੇ ਥੱਲੇ ਰਹਿਣ ਦੀ ਬਜਾਏ ਉਹਨਾਂ ਦੇ ਉੱਪਰ ਰਹਿਣ ਦੀ ਕੋਸ਼ਿਸ਼ ਕੀਤੀ। ਇੱਕ ਸਵੇਰ ਜਦੋਂ ਮੀਨਾ ਨੇ ਆਪਣੇ ਦੰਦਾਂ ਨੂੰ ਬੁਰਸ਼ ਕਰਨ ਲਈ ਸਾਰੀਆਂ ਕਿਤਾਬਾਂ ਸਿੰਕ ਤੋਂ ਬਾਹਰ ਹਟਾਈਆਂ, ਉਹ ਆਪਣੇ ਅਤੇ ਮੈਕਸ ਲਈ ਨਾਸ਼ਤਾ ਲੈਣ ਰਸੋਈ ਵਿੱਚ ਗਈ। ਪਹਿਲਾਂ ਉਹ ਵਿਸ਼ਵਕੋਸ਼ ਦੇ ਢੇਰ 'ਤੇ ਚੜ੍ਹੀ ਤਾਂ ਜੋ ਉਹ ਸੀਰੀਅਲ ਤੱਕ ਪਹੁੰਚ ਸਕੇ। ਫਿਰ ਉਸਨੇ ਫਰਿੱਜ ਨੂੰ ਖੋਲ੍ਹਿਆ ਅਤੇ ਰਸਾਲਿਆਂ ਦੇ ਢੇਰ ਨੂੰ ਦੁੱਧ ਲੈਣ ਲਈ ਹਟਾਇਆ। ਉਸਨੇ ਕੁਝ ਦੁੱਧ ਆਪਣੇ ਅਤੇ ਕੁਝ ਮੈਕਸ ਲਈ ਪਾਇਆ। "ਮੈਕਸ," ਉਹ ਬੋਲੀ, "ਨਾਸ਼ਤਾ ਤਿਆਰ ਹੈ।" ਪਰ ਮੈਕਸ ਨਹੀਂ ਆਇਆ। ਉਸਨੇ ਦੁਬਾਰਾ ਕੋਸ਼ਿਸ਼ ਕੀਤੀ, "ਮੈਕਸ, ਨਾਸ਼ਤਾ ਤਿਆਰ ਹੈ।" ਉਹ ਅਜੇ ਵੀ ਨਹੀਂ ਆਇਆ। ਉਹ ਕਿੱਥੇ ਹੋ ਸਕਦਾ ਹੈ? ਉਹ ਹੈਰਾਨ ਹੋਈ। ਉਸਨੇ ਬਾਥਟਬ ਅਤੇ ਡਰਾਇਰ ਦੇ ਪਿੱਛੇ ਦੇਖਿਆ। ਉਸਨੇ ਪੌੜੀਆਂ ਦੇ ਹੇਠਾਂ ਅਤੇ ਘੜੀ ਦੇ ਉੱਪਰ ਦੇਖਿਆ। ਉਸਨੂੰ ਹੋਰ ਕਿਤਾਬਾਂ ਮਿਲੀਆਂ ਪਰ ਉਸਨੂੰ ਮੈਕਸ ਨਹੀਂ ਮਿਲਿਆ। ਅਚਾਨਕ ਉਸਨੇ ਜ਼ੋਰ ਨਾਲ ਮਿਆਉਂ ਦੀ ਆਵਾਜ਼ ਸੁਣੀ। ਉਹ ਭੱਜਦੀ ਹੋਈ ਖਾਣੇ ਦੇ ਕਮਰੇ ਵਿੱਚ ਗਈ ਅਤੇ ਉਹ ਉੱਥੇ ਸੀ, ਘਰ ਵਿੱਚ ਸਭ ਤੋਂ ਉੱਚੇ ਕਿਤਾਬਾਂ ਦੇ ਢੇਰ 'ਤੇ ਫਸਿਆ ਹੋਇਆ। ਇਹ ਢੇਰ ਉਹਨਾਂ ਕਿਤਾਬਾਂ ਦਾ ਬਣਿਆ ਸੀ ਜਿਹੜੀਆਂ ਉਸਦੇ ਮਾਤਾ-ਪਿਤਾ ਉਸ ਲਈ ਖਰੀਦਦੇ ਰਹਿੰਦੇ ਸਨ ਅਤੇ ਉਹ ਉਹਨਾਂ ਨੂੰ ਪੜ੍ਹਨ ਤੋਂ ਮਨ੍ਹਾ ਕਰ ਦਿੰਦੀ ਸੀ। ਸਭ ਤੋਂ ਥੱਲੇ ਵੱਡੀਆਂ ਚਮਕਦਾਰ ਤਸਵੀਰਾਂ ਵਾਲੀਆਂ ਕਿਤਾਬਾਂ ਸਨ ਜਦੋਂ ਉਹ ਇੱਕ ਛੋਟੀ ਬੱਚੀ ਸੀ। ਵਿਚਕਾਰ ਵਿੱਚ ਵਰਣਮਾਲਾ ਦੀਆਂ ਕਿਤਾਬਾਂ ਅਤੇ ਨਰਸੀ ਦੀਆਂ ਕਵਿਤਾਵਾਂ ਵਾਲੀਆਂ। ਸਭ ਤੋਂ ਉੱਪਰ ਬਿਲਕੁਲ ਛੱਤ ਦੇ ਨਾਲ ਪਰੀ ਕਹਾਣੀਆਂ ਅਤੇ ਸਾਹਸੀ ਕਹਾਣੀਆਂ ਵਾਲੀਆਂ ਕਿਤਾਬਾਂ ਸਨ। ਉਹ ਸਾਰੀਆਂ ਧੂੜ ਨਾਲ ਭਰੀਆਂ ਸਨ। "ਫਿਕਰ ਨਾ ਕਰੋ ਮੈਕਸ," ਮੀਨਾ ਨੇ ਉਸਨੂੰ ਬੁਲਾਇਆ, "ਮੈਂ ਤੁਹਾਨੂੰ ਬਚਾ ਲਵਾਂਗੀ।" ਉਸਨੇ ਕਿਤਾਬਾਂ ਦੇ ਢੇਰ 'ਤੇ ਚੜ੍ਹਨਾ ਸ਼ੁਰੂ ਕਰ ਦਿੱਤਾ। ਸ਼ੁਰੂਆਤ ਵਿੱਚ ਇਹ ਸੌਖਾ ਸੀ ਕਿਉਂਕਿ ਤਸਵੀਰਾਂ ਵਾਲੀਆਂ ਕਿਤਾਬਾਂ ਦੇ ਕਵਰ ਸਖਤ ਸਨ ਅਤੇ ਉਹ ਇਸ ਤਰ੍ਹਾਂ ਮਹਿਸੂਸ ਕਰ ਰਹੀ ਸੀ ਜਿਵੇਂ ਉਹ ਪੌੜੀਆਂ ਚੜ੍ਹ ਰਹੀ ਹੋਵੇ। ਪਰ ਜਦੋਂ ਉਹ ਪਤਲੀਆਂ ਕਿਤਾਬਾਂ ਕੋਲ ਪਹੁੰਚੀ ਤਾਂ ਕਵਿਤਾਵਾਂ ਵਾਲੀਆਂ ਕਿਤਾਬਾਂ ਦੇ ਉਸਦੇ ਪੈਰ ਤਿਲਕਣ ਲੱਗੇ। ਉਸਨੇ ਆਪਣਾ ਸੰਤੁਲਨ ਗੁਆ ਦਿੱਤਾ ਅਤੇ ਉਹ ਝੂਲਣ ਲੱਗ ਗਈ। ਕਰੈਸ਼! ਦੁਰਘਟਨਾ! ਕਿਤਾਬਾਂ ਉੱਡਣ ਲੱਗ ਪਈਆਂ। ਉਹ ਹਰ ਤਰੀਕੇ ਨਾਲ ਡਿੱਗੀਆਂ। ਉਹਨਾਂ ਦਾ ਸਖਤ ਕਵਰ ਪਹਿਲੀ ਵਾਰ ਪਾੜ ਹੋਣ ਲੱਗਾ ਅਤੇ ਪੰਨੇ ਅਲੱਗ ਹੋਣ ਲੱਗੇ। ਜਿੱਦਾਂ ਹੀ ਉਹ ਥੱਲੇ ਡਿੱਗੇ, ਅਜੀਬ ਚੀਜ਼ਾਂ ਹੋਣੀਆਂ ਸ਼ੁਰੂ ਹੋ ਗਈਆਂ। ਲੋਕ ਅਤੇ ਜਾਨਵਰ ਪੰਨਿਆਂ ਤੋਂ ਬਾਹਰ ਡਿੱਗਣੇ ਸ਼ੁਰੂ ਹੋ ਗਏ ਅਤੇ ਜ਼ਮੀਨ 'ਤੇ ਡਿੱਗਣ ਲੱਗ ਪਏ। ਉਹ ਇੱਕ ਦੂਜੇ ਦੇ ਉੱਪਰ ਆ ਰਹੇ ਸਨ, ਕਿਤਾਬਾਂ ਨੂੰ ਖਿਲਾਰ ਅਤੇ ਕੁਰਸੀਆਂ ਨੂੰ ਡਿੱਗਾ ਰਹੇ ਸਨ। ਉੱਥੇ ਰਾਜਕੁਮਾਰ ਅਤੇ ਰਾਜਕੁਮਾਰੀਆਂ, ਪਰੀਆਂ ਅਤੇ ਡੱਡੂ ਸਨ। ਫਿਰ ਇੱਕ ਬਘਿਆੜ ਅਤੇ ਇੱਕ ਜਾਮਨੀ ਜਿਰਾਫ ਅਤੇ ਇੱਕ ਭੱਦਾ ਜਾਨਵਰ। ਉੱਥੇ ਹਾਥੀ, ਸ਼ਹਿਨਸ਼ਾਹ ਅਤੇ ਬਾਂਦਰਾਂ ਦਾ ਇੱਕ ਸਮੂਹ ਆਪਣੇ ਆਪ ਵਿੱਚ ਉਲਝਿਆ ਹੋਇਆ ਸੀ। ਪਰ ਸਭ ਤੋਂ ਜ਼ਿਆਦਾ ਉੱਥੇ ਖਰਗੋਸ਼ ਸਨ ਜੋ ਕਦੇ ਇੱਧਰ ਅਤੇ ਕਦੇ ਉੱਧਰ ਡਿੱਗ ਰਹੇ ਸਨ। ਜੰਗਲੀ ਖਰਗੋਸ਼, ਚਿੱਟੇ ਖਰਗੋਸ਼ ਅਤੇ ਟੋਪੀਆਂ ਵਾਲੇ ਖਰਗੋਸ਼ ਸਨ।
ਮੀਨਾ ਉੱਥੇ ਸਭ ਦੇ ਵਿਚਕਾਰ ਬੈਠੀ ਸੀ ਅਤੇ ਹਿੱਲਣ ਤੋਂ ਵੀ ਹੈਰਾਨ ਸੀ। ਮੈਂ ਸੋਚਦੀ ਸੀ ਕਿ ਕਿਤਾਬਾਂ ਸਿਰਫ ਸ਼ਬਦਾਂ ਨਾਲ ਭਰੀਆਂ ਹੁੰਦੀਆਂ ਹਨ, ਨਾ ਕਿ ਖਰਗੋਸ਼ਾਂ ਨਾਲ, ਉਸਨੇ ਕਿਹਾ, ਜਿਵੇਂ 6 ਹੋਰ ਉਸਦੇ ਕੋਲ ਇੱਕ ਕਿਤਾਬ ਵਿੱਚੋਂ ਬਾਹਰ ਆ ਗਏ। ਹੁਣ ਤੱਕ ਉਹ ਖਾਣਾ ਖਾਣ ਵਾਲੇ ਕਮਰੇ ਨੂੰ ਬਿਲਕੁਲ ਨਹੀਂ ਪਛਾਣ ਸਕੀ। ਹਾਥੀ ਕੌਫੀ ਵਾਲੀ ਮੇਜ਼ 'ਤੇ ਸੰਤੁਲਨ ਬਣਾ ਰਿਹਾ ਸੀ ਅਤੇ ਚਾਈਨਾ ਵਾਲੀਆਂ ਵਧੀਆ ਪਲੇਟਾਂ ਨੂੰ ਉਛਾਲ ਰਿਹਾ ਸੀ। ਬਾਂਦਰਾਂ ਨੇ ਪਰਦਿਆਂ ਨੂੰ ਪਾੜ ਦਿੱਤਾ ਅਤੇ ਉਹਨਾਂ ਨੂੰ ਕੱਪੜਿਆਂ ਵਾਂਗ ਵਰਤਣ ਲੱਗ ਪਏ। ਸਾਰੇ ਖਰਗੋਸ਼ ਮੇਜ਼ ਦੀਆਂ ਲੱਤਾਂ ਨੂੰ ਕੁਤਰਨ ਲੱਗ ਪਏ। ਮੀਨਾ ਚੀਕੀ, ਰੁਕ ਜਾਓ, ਵਾਪਿਸ ਜਾਓ। ਪਰ ਉੱਥੇ ਬਹੁਤ ਕੁਝ ਹੋ ਰਿਹਾ ਸੀ ਕਿ ਉਸ ਦੀ ਗੱਲ ਕੋਈ ਨਹੀਂ ਸੁਣ ਰਿਹਾ ਸੀ। ਉਸਨੇ ਆਪਣੀ ਨੇੜੇ ਵਾਲੇ ਖਰਗੋਸ਼ ਨੂੰ ਫੜ ਕੇ ਉਸਨੂੰ ਖਾਣੇ ਵਾਲੀ ਕਿਤਾਬ ਦੇ ਵਿੱਚ ਧੱਕਣ ਦੀ ਕੋਸ਼ਿਸ਼ ਕੀਤੀ, ਪਰ ਇਸ ਨਾਲ ਉਹ ਹੋਰ ਡਰ ਗਿਆ ਅਤੇ ਮੀਨਾ ਦੇ ਹੱਥਾਂ ਵਿੱਚੋਂ ਛੁੱਟ ਕੇ ਭੱਜ ਗਿਆ। ਉਸਨੇ ਹੋਰ ਕਿਤਾਬਾਂ ਖੋਲ੍ਹੀਆਂ ਅਤੇ 4 ਬੱਤਖਾਂ ਉਸ ਵਿੱਚੋਂ ਉੱਡੀਆਂ। ਉਸਨੇ ਇਸ ਨੂੰ ਜ਼ੋਰ ਨਾਲ ਬੰਦ ਕਰ ਦਿੱਤਾ। ਮੀਨਾ ਨੇ ਕਿਹਾ, ਇਹ ਕੰਮ ਨਹੀਂ ਕਰ ਰਿਹਾ। ਮੈਨੂੰ ਨਹੀਂ ਪਤਾ ਕੌਣ ਕਿਸ ਕਿਤਾਬ ਵਿੱਚ ਜਾਵੇਗਾ। ਉਸਨੇ ਕੁਝ ਘੜੀਆਂ ਸੋਚਿਆ। ਉਸਨੇ ਕਿਹਾ, ਮੈਨੂੰ ਪਤਾ ਹੈ। ਮੈਂ ਹਰ ਇੱਕ ਦੇ ਕੋਲ ਜਾਵਾਂਗੀ ਅਤੇ ਉਹਨਾਂ ਨੂੰ ਪੁੱਛਾਂਗੀ ਕਿ ਉਹ ਕਿਸ ਕਿਤਾਬ ਨਾਲ ਸੰਬੰਧ ਰੱਖਦੇ ਹਨ। ਉਸਨੇ ਇੱਕ ਅਜੀਬ ਜਾਨਵਰ ਤੋਂ ਸ਼ੁਰੂ ਕੀਤਾ ਜਿਸ ਨੂੰ ਉਹ ਬਿਲਕੁਲ ਵੀ ਨਹੀਂ ਪਛਾਣ ਸਕੀ। ਤੂੰ ਕੌਣ ਹੈ? ਉਸਨੇ ਪੁੱਛਿਆ। ਇਹ ਤੂੰ ਐਡਵਰਗ, ਜਾਨਵਰ ਨੇ ਗੁੱਸੇ ਵਿੱਚ ਕਿਹਾ ਅਤੇ ਆਪਣੀ ਵਰਣਮਾਲਾ ਵਾਲੀ ਕਿਤਾਬ ਨੂੰ ਲੱਭਣ ਲਈ ਮਾਰਚ ਕਰਦਾ ਹੋਇਆ ਉੱਥੋਂ ਚਲਾ ਗਿਆ। ਫਿਰ ਉਸਨੂੰ ਇੱਕ ਹੋਰ ਵਿਚਾਰ ਆਇਆ। ਉਸਨੇ ਸਭ ਤੋਂ ਨੇੜੇ ਪਈ ਕਿਤਾਬ ਨੂੰ ਚੱਕਿਆ ਅਤੇ ਉੱਚੀ ਉੱਚੀ ਪੜ੍ਹਨ ਲੱਗ ਪਈ। ਮੀਨਾ ਨੇ ਸ਼ੁਰੂਆਤ ਕੀਤੀ। ਇੱਕ ਵਾਰ ਦੀ ਗੱਲ ਹੈ, ਬਹੁਤ ਦੂਰ ਇੱਕ ਦੇਸ਼ ਵਿੱਚ। ਹੌਲੀ ਹੌਲੀ ਜਾਨਵਰਾਂ ਨੇ ਕੁੱਦਣਾ ਅਤੇ ਚੀਕਣਾ ਬੰਦ ਕਰ ਦਿੱਤਾ। ਉਹ ਇਹ ਸੁਣਨ ਲਈ ਨੇੜੇ ਨੇੜੇ ਆ ਗਏ ਕਿ ਅੱਗੇ ਕੀ ਹੋਵੇਗਾ। ਜਲਦੀ ਹੀ ਉਹ ਉਸਦੇ ਦੁਆਲੇ ਚੱਕਰ ਵਿੱਚ ਬੈਠ ਕੇ ਉਸਨੂੰ ਪੜ੍ਹਦੀ ਹੋਈ ਨੂੰ ਸੁਣਨ ਲੱਗੇ। ਜਦੋਂ ਮੀਨਾ ਦੂਸਰੇ ਪੰਨੇ ਦੇ ਉੱਪਰ ਪਹੁੰਚੀ ਤਾਂ ਚੱਕਰ ਵਿੱਚ ਬੈਠੀਆਂ ਬਿੱਲੀਆਂ ਕੁੱਦੀਆਂ। ਇਹ ਅਸੀਂ ਹਾਂ, ਉਹ ਚੀਕੀਆਂ। ਉਹ ਸਾਡਾ ਪੰਨਾ ਹੈ, ਇਹ ਸਾਡੀ ਕਿਤਾਬ ਹੈ। ਉਹ ਚੱਕਰ ਤੋਂ ਬਾਹਰ ਨਿਕਲਦੀਆਂ ਹਨ, ਉਸਦੀ ਗੋਦੀ ਵਿੱਚ ਛਾਲ ਮਾਰਦੀਆਂ ਹਨ ਅਤੇ ਕਿਤਾਬਾਂ ਵਿੱਚ ਗਾਇਬ ਹੋ ਜਾਂਦੀਆਂ ਹਨ। ਇਸ ਤੋਂ ਪਹਿਲਾਂ ਉਹ ਦੁਬਾਰਾ ਬਾਹਰ ਨਿਕਲਦੀਆਂ, ਮੀਨਾ ਨੇ ਕਿਤਾਬ ਨੂੰ ਬੰਦ ਕਰ ਦਿੱਤਾ। ਉਸਨੇ ਹੋਰ ਕਹਾਣੀ ਫੜੀ। ਇੱਕ ਇੱਕ ਕਰਕੇ ਉਸਨੇ ਸਾਰੀਆਂ ਕਿਤਾਬਾਂ ਪੜ੍ਹੀਆਂ ਅਤੇ ਇੱਕ ਇੱਕ ਕਰਕੇ ਸਾਰੇ ਜਾਨਵਰਾਂ ਨੂੰ ਲੱਭੀ ਗਿਆ ਕਿ ਉਹ ਕਿੱਥੋਂ ਆਏ ਹਨ। ਅੰਤ ਵਿੱਚ ਕਮਰੇ ਵਿੱਚ ਇੱਕ ਛੋਟਾ ਨੀਲੇ ਕੋਟ ਵਾਲਾ ਖਰਗੋਸ਼ ਹੀ ਬਚਿਆ। ਮੀਨਾ ਨੇ ਹੌਲੀ ਦਾਣੀ ਇੱਕ ਕਿਤਾਬ ਚੱਕੀ। ਇਹ ਪੀਟਰ ਖਰਗੋਸ਼ ਦੀ ਕਹਾਣੀ ਸੀ। ਉਸਨੇ ਸੋਚਿਆ, ਸ਼ਾਇਦ ਮੈਂ ਇਸ ਖਰਗੋਸ਼ ਨੂੰ ਆਪਣੇ ਕੋਲ ਰੱਖ ਲਵਾਂ। ਉਹ ਹੁਣ ਇਕੱਲਤਾ ਮਹਿਸੂਸ ਕਰਨ ਲੱਗੀ ਕਿ ਬਾਕੀ ਸਭ ਚਲੇ ਗਏ ਸਨ। ਪਰ ਛੋਟਾ ਖਰਗੋਸ਼ ਘਬਰਾਹਟ ਵਿੱਚ ਇੱਕ ਪੈਰ ਤੋਂ ਦੂਜੇ ਪੈਰ ਵੱਲ ਜਾ ਰਿਹਾ ਸੀ ਅਤੇ ਨੱਕ ਰਗੜ ਰਿਹਾ ਸੀ। ਉਹ ਘਰ ਵਾਪਸ ਜਾਣ ਲਈ ਬੇਚੈਨ ਸੀ। ਇਸ ਕਰਕੇ ਇੱਕ ਲੰਬੇ ਸਾਹ ਦੇ ਨਾਲ ਮੀਨਾ ਨੇ ਅਖੀਰਲੀ ਕਿਤਾਬ ਨੂੰ ਖੋਲ੍ਹਿਆ। ਖਰਗੋਸ਼ ਨੇ ਅੰਦਰ ਛਲਾਂਗ ਲਗਾਈ ਅਤੇ ਉਸਦੀ ਚਿੱਟੀ ਸੂਤੀ ਪੂਛ ਦੀ ਚਮਕ ਨਾਲ ਉਹ ਚਲਾ ਗਿਆ। ਮੀਨਾ ਨੇ ਲੰਬਾ ਸਾਹ ਲਿਆ ਅਤੇ ਕਿਹਾ, ਮੈਂ ਉਹਨਾਂ ਖਰਗੋਸ਼ਾਂ ਨੂੰ ਹੁਣ ਕਦੇ ਨਹੀਂ ਦੇਖ ਸਕਾਂਗੀ। ਫਿਰ ਉਸਨੇ ਦੇਖਿਆ ਕਿ ਕਿਤਾਬਾਂ ਅਜੇ ਵੀ ਉੱਥੇ ਸਨ, ਉਸਦੇ ਆਸ-ਪਾਸ ਪਈਆਂ ਸਨ। ਉਸਨੇ ਮੁਸਕਰਾਉਣਾ ਸ਼ੁਰੂ ਕਰ ਦਿੱਤਾ। ਜਦੋਂ ਉਸਦੇ ਮਾਤਾ-ਪਿਤਾ ਦੁਪਹਿਰ ਨੂੰ ਘਰ ਵਾਪਸ ਆਏ ਤਾਂ ਉਹਨਾਂ ਨੂੰ ਆਪਣੀਆਂ ਅੱਖਾਂ 'ਤੇ ਯਕੀਨ ਨਾ ਹੋਇਆ। ਇਸ ਕਰਕੇ ਨਹੀਂ ਕਿ ਪਰਦੇ ਖਰਾਬ ਹੋ ਚੁੱਕੇ ਸੀ, ਬਰਤਨ ਟੁੱਟੇ ਹੋਏ ਸੀ ਅਤੇ ਮੇਜ਼ ਦੀਆਂ ਲੱਤਾਂ ਖਾਧੀਆਂ ਹੋਈਆਂ ਸਨ, ਪਰ ਕਿਉਂਕਿ ਉੱਥੇ ਕਮਰੇ ਦੇ ਵਿਚਕਾਰ ਮੀਨਾ ਬੈਠੀ ਹੋਈ ਸੀ। ਉਹ ਕਿਤਾਬ ਪੜ੍ਹ ਰਹੀ ਸੀ।